ਹੁਣ ਵੰਡ 'ਤੇ ਕਾਫੀ ਫਿਲਮਾਂ ਬਣਦੀਆਂ ਨੇ ਤੇ ਗੀਤਾਂ ਜਾਂ ਫੀਚਰਸ ਵਿੱਚ ਵੀ ਵੰਡ ਨਾਲ ਸੰਬੰਧਿਤ ਗੱਲ ਚੱਲਦੀ ਰਹਿੰਦੀ ਹੈ। ਡੈਡੀ ਹੁਣ 70ਵਿਆਂ ਵਿੱਚ ਨੇ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਵਾਲੇ ਆਪਣੇ ਘਰ ਦਾ ਜ਼ਿਕਰ ਵੀ ਹੁਣ ਜ਼ਿਆਦਾ ਕਰਦੇ ਨੇ। ਹਾਲਾਂਕਿ ਉਹਨਾਂ ਨੂੰ ਕੁਝ ਬਹੁਤਾ ਯਾਦ ਨਹੀਂ, ਪਰ ਵੱਡੇ ਕੱਟੇ ਲੋਕ, ਪਿਆਸੇ ਮਰੇ ਪਸ਼ੂ ਤੇ ਉਹਨਾਂ ਦੇ ਪਰਿਵਾਰ ਦੀ ਇੱਕ ਪਿਆਰੀ ਮੱਝ ਦੀ ਗੱਲ ਵੀ ਬਹੁਤ ਕਰਦੇ ਨੇ। ਡੈਡੀ ਕਹਿੰਦੇ ਨੇ ਕਿ ਜਦੋਂ ਵੰਡ ਨਾਲ ਸੰਬੰਧਿਤ ਫਿਲਮ ਆਉਂਦੀ ਹੈ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਮੈਨੂੰ ਹੈਰਾਨੀ ਹੋਈ ਇਹ ਸੁਣ ਕੇ। ਉਹਨਾਂ ਕਿਹਾ ਕਿ ਇਹ ਨਵੇਂ ਮੁੰਡਿਆਂ ਲਈ ਇੱਕ ਮਨੋਰੰਜਨ ਦਾ ਸਾਧਨ ਹੈ ਤੇ ਸਾਡੇ ਲਈ ਉਜੜਨ ਦੀ ਆਪ ਬੀਤੀ। ਇੱਕ ਗੱਲ ਡੈਡੀ ਬਾਰ-ਬਾਰ ਦੱਸਦੇ ਨੇ ਕਿ ਉਹਨਾਂ ਦੇ ਪਰਿਵਾਰ ਕੋਲ ਪਹਿਲਾਂ ਮੁਰੱਬੇ ਹੁੰਦੇ ਸਨ ਤੇ ਇੱਥੇ ਆ ਕੇ ਇੱਕ ਮੰਜਾ ਵੀ ਨਹੀਂ ਸੀ, ਅਤੇ ਘੋੜੀਆਂ ਤੇ ਖੇਤਾਂ ਨੂੰ ਜਾਣ ਵਾਲੇ ਸਾਡੇ ਦਾਦਿਆਂ ਨੂੰ ਫਰਮਾਨ ਕਾਰਨ ਕੁਝ ਹੀ ਘੰਟਿਆਂ ਵਿੱਚ ਆਪਣੇ ਘਰ ਛੱਡਣ ਦਾ ਸਦਮਾ ਅੰਦਰੋਂ ਅੰਦਰੀ ਖਾ ਗਿਆ ਸੀ। ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਪਹਿਲਾਂ ਤਾਂ ਨਵੀਂ ਜਗ੍ਹਾ ਵਿੱਚੋਂ ਮਰੇ ਹੋਏ ਪਸ਼ੂਆਂ ਨੂੰ ਹਟਾਇਆ ਜੋ ਕਈ ਮਹੀਨੇ ਭੁੱਖੇ ਪਿਆਸੇ ਰਹਿ ਕੇ ਮਰ ਗਏ ਸਨ। ਡੈਡੀ ਕਹਿੰਦੇ ਨੇ ਕਿ ਇਹ ਤਾਂ ਪੂਰੀ ਸਦੀ ਦੇ ਸਦਮੇ ਨੇ। ਇਹਨਾਂ ਨਵੇਂ ਬੱਚਿਆਂ ਨੂੰ ਇਸ ਵਿੱਚੋਂ ਸਿਰਫ ਪ੍ਰੇਮ ਕਹਾਣੀਆਂ ਤੇ ਮਨੋਰੰਜਨ ਦਿਸਦਾ ਹੈ। ਮੇਰੇ ਤਾਇਆ ਜੀ ਸਰਦਾਰ ਗੁਰਮੇਲ ਸਿੰਘ ਵੰਡ ਸਮੇਂ 14-15 ਸਾਲ ਦੇ ਹੋਣਗੇ ਸ਼ਾਇਦ। ਉਹ ਵੀ ਜਦੋਂ ਆਪਣੀ ਮੱਝ, ਆਪਣੇ ਬੈਲ, ਆਪਣੇ ਖੂਹਾਂ ਦੀਆਂ ਕਹਾਣੀਆਂ ਦੱਸਦੇ ਨੇ ਨਾ, ਉਹਨਾਂ ਦੀਆਂ ਅੱਖਾਂ ਵਿਚਲਾ ਕਾਲੇ ਰੰਗ ਦਾ ਹਿੱਸਾ ਹੋਰ ਫੈਲ ਜਾਂਦਾ ਹੈ ਤੇ ਸਫੇਦ ਰੰਗ ਦੇ ਹਿੱਸੇ ਵਿੱਚ ਸਮੁੰਦਰ ਸਿਮ ਜਾਂਦਾ ਲੱਗਦਾ ਹੈ ਜੋ ਡੁੱਲਦਾ ਨਹੀਂ। ਇੱਕ ਗੱਲ ਹੋਰ ਕਿ ਮੇਰੇ ਡੈਡੀ ਤੇ ਤਾਇਆ ਜੀ ਦੀਆਂ ਸਾਰੀਆਂ ਕਹਾਣੀਆਂ ਵਿੱਚ ਪਸ਼ੂਆਂ, ਖਾਸ ਕਰਕੇ ਮੱਝਾਂ ਤੇ ਬਲਦ, ਅਹਿਮ ਭੂਮਿਕਾ ਵਿੱਚ ਹੁੰਦੇ ਨੇ। ਮੈਂ ਇੱਕ ਵਾਰ ਇੱਕ ਕਵਿਤਾ ਲਿਖੀ ਸੀ, ਮੇਰੇ ਡੈਡੀ ਦੇ ਪੈਰ। ਇਹ ਲੇਖ ਲਿਖਣ ਦਾ ਬੀਜ ਮੇਰੇ ਅਚੇਤ ਮਨ ਵਿੱਚ ਸ਼ਾਇਦ ਉਦੋਂ ਤੋਂ ਹੀ ਪੁੰਗਰ ਗਿਆ ਹੋਣਾ। ਹੁਣ ਜਦੋਂ ਵੀ ਭਾਰਤ ਚੱਕਰ ਲੱਗਦਾ ਹੈ ਉੱਥੇ ਕੁਝ ਨੋਸਟੈਲਜੀਆ ਮਹਿਸੂਸ ਹੁੰਦਾ ਹੈ। ਮੇਰੇ ਦਾਦੇ ਪੜਦਾਦੇ ਉਹਨਾਂ ਦੀ ਉਮਰ ਦੇ ਦਰਖਤਾਂ ਵਿੱਚੋਂ ਦੀ ਹਵਾ ਵਿੱਚ ਹਾਜ਼ਰੀ ਲਗਾਉਂਦੇ ਨੇ, ਪਰ ਕੁਝ ਹੀ ਦਿਨਾਂ ਬਾਅਦ ਆਪਣਾ ਘਰ ਆਵਾਜ਼ਾਂ ਮਾਰਨ ਲੱਗਦਾ ਹੈ। ਇੰਨਾ ਹੀ ਨਹੀਂ, ਉੱਥੇ ਰਹਿੰਦੇ ਲੋਕ ਵੀ ਅਚੇਤ ਜਿਹੇ ਤਰੀਕੇ ਨਾਲ ਯਾਦ ਕਰਾਉਂਦੇ ਨੇ ਕਿ ਤੁਸੀਂ ਮਹਿਮਾਨ ਹੋ, ਤੁਹਾਡਾ ਘਰ ਕਿਤੇ ਹੋਰ ਹੈ। ਮਹਿਮਾਨ ਨਿਵਾਜ਼ੀ ਬੇਸ਼ੱਕ ਮੇਰੇ ਦਾਦਿਆਂ ਦੀ ਜ਼ਮੀਨ ਦੇ ਜ਼ਰਰੇ ਜ਼ਰਰੇ ਵਿੱਚ ਭਰੀ ਹੈ, ਮਹਿਮਾਨ ਤਾਂ ਮਹਿਮਾਨ ਹੀ ਹੁੰਦਾ ਹੈ ਨਾ। ਅੱਜ ਇਹ ਲਿਖਦਿਆਂ ਮੇਰਾ ਬੇਟਾ ਆਜ਼ਾਦ 4 ਸਾਲ ਦਾ ਹੈ। ਡੈਡੀ ਦੀਆਂ ਗੱਲਾਂ ਸੁਣਦਿਆਂ ਬਹੁਤ ਵਾਰ ਮੈਨੂੰ ਡੈਡੀ ਵਿੱਚ ਆਜ਼ਾਦ ਦਿਸਣ ਲੱਗਦਾ ਹੈ। ਕਦੇ ਡੈਡੀ ਮੇਰਾ ਪੁੱਤਰ ਹੋ ਜਾਂਦੇ ਨੇ ਤੇ ਕਦੀ ਆਜ਼ਾਦ ਖੱਦਰ ਦਾ ਮੈਲਾ ਫਟਿਆ ਕੁਰਤਾ ਪਜਾਮਾ ਪਾ ਕੇ, ਉਗੜਾ ਦੁਗੜਾ ਜਿਹਾ ਜੂੜਾ ਕਰਕੇ ਡੈਡੀ ਬਣ ਮੇਰੀ ਗੋਦੀ ਵਿੱਚ ਖੇਲਣ ਲੱਗ ਜਾਂਦਾ ਹੈ। ਇਸੇ ਦੌਰਾਨ ਕੁਝ ਅਰਸਾ ਪਹਿਲਾਂ ਮੈਂ ਮੰਟੋ ਦੇ ਟੋਬਾ ਟੇਕ ਸਿੰਘ ਨੂੰ ਨੇੜੇ ਤੋਂ ਵੇਖਿਆ ਤੇ ਇਤਫਾਕਨ ਮੇਰੇ ਦਾਦਿਆਂ ਦਾ ਚੱਕ 94 ਵੀ ਟੋਬਾ ਟੇਕ ਸਿੰਘ ਤਹਿਸੀਲ ਵਿੱਚ ਪੈਂਦਾ ਸੀ। ਇਹ ਟੋਬਾ ਟੇਕ ਸਿੰਘ ਤਾਂ ਮੇਰੀ ਕੁੱਖ ਵਿੱਚ ਹੀ ਰਿਹਾ ਹਮੇਸ਼ਾ ਤੋਂ। ਮੇਰੇ ਡੈਡੀ ਦੇ ਪੈਰਾਂ ਨਾਲ ਇਸ ਦਾ ਬੀਜ ਕਿੱਥੇ-ਕਿੱਥੇ ਪ੍ਰਵਾਸ ਕਰਦਾ ਰਿਹਾ ਹੈ। ਟੋਬਾ ਟੇਕ ਸਿੰਘ ਦਾ ਉਹ ਦਾਣਾ ਜਿਸ ਦਾ ਪਿੱਛਾ ਅਣਚਾਹਿਆਂ ਤੇ ਕਦੇ ਚਾਹ ਕੇ ਕਰਦਿਆਂ ਮੇਰੇ ਡੈਡੀ ਦੇ ਛੋਟੇ-ਛੋਟੇ ਪੈਰ ਕਈ ਸਮੁੰਦਰ ਪਾਰ ਕਰ ਗਏ ਨੇ। ਕੁਝ ਹੀ ਦਿਨ ਪਹਿਲਾਂ ਵਿਸ਼ਾਲ ਵੀਰ ਜੀ ਨੇ ਕਿਹਾ ਕਿ ਮੈਂ ਪਰਦੇਸ ਕਿਉਂ ਗਈ, ਇਸ ਵਿਸ਼ੇ ਤੇ ਕੁਝ ਲਿਖਾਂ। ਮੈਨੂੰ ਇਹ ਵਿਸ਼ਾ ਬੜਾ ਪਰਾਇਆ ਜਿਹਾ ਲੱਗਿਆ, ਜਿਵੇਂ ਵੀਰ ਜੀ ਨੇ ਗਣਿਤ ਨਾਲ ਜੁੜਿਆ ਸਵਾਲ ਪਾ ਦਿੱਤਾ ਹੋਵੇ ਜਿਸ ਨਾਲ ਮੇਰਾ ਦੂਰ-ਦੂਰ ਤੱਕ ਲੈਣ ਦੇਣ ਨਹੀਂ। ਪਰ ਕੁਝ ਦਿਨ ਪਹਿਲਾਂ ਮੇਰੀ ਡੈਡੀ ਦੇ ਪੈਰਾਂ ਤੇ ਅਚਾਨਕ ਨਜ਼ਰ ਪਈ। ਸਾਡਾ ਟੋਬਾ ਟੇਕ ਸਿੰਘ ਨਜ਼ਰ ਆਇਆ।
ਜੋ ਉਹਨਾਂ ਦੇ ਪੈਰਾਂ ਦੀਆਂ ਝੁਰੜੀਆਂ ਵਿੱਚੋਂ ਇੰਜ ਦਿਸਦਾ ਸੀ ਜਿਵੇਂ ਕਿਸੇ ਦਰਖਤ ਦੀਆਂ ਜੜ੍ਹਾਂ ਧਰਤੀ ਪਾੜ ਕੇ ਦੂਰ ਤੱਕ ਨਿਕਲ ਆਉਂਦੀਆਂ ਨੇ। ਉਹਨਾਂ ਪੈਰਾਂ ਨੇ ਪਰਦੇਸ ਵੇਖਿਆ ਹੈ, ਝੱਲਿਆ ਵੀ ਹੈ। ਹੁਣ ਤਾਂ ਪਰਦੇਸ ਦੇ ਜੜ ਉਗਾਈ ਹੈ, ਸਮੁੰਦਰ ਦੇ ਵਿੱਚੋਂ ਦੀ ਹੁੰਦੀ ਹੋਈ। ਜੋ ਮੇਰੇ ਡੈਡੀ ਦੇ ਪੈਰਾਂ ਨੇ ਜੀਵਿਆ ਹੈ, ਉਸ ਤੋਂ ਬਿਨਾਂ ਪ੍ਰਵਾਸ ਕੁਝ ਨਹੀਂ ਹੁੰਦਾ ਸ਼ਾਇਦ। ਨਾਲੇ ਦਾਣੇ ਪਿੱਛੇ ਉੱਡਦਿਆਂ ਪੰਛੀ ਪ੍ਰਵਾਸੀ ਨਹੀਂ ਹੋ ਜਾਂਦਾ। ਉਸਦੇ ਖੰਭਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਇੱਕੋ ਧਰਤੀ ਤੇ ਕਈ ਜਗ੍ਹਾ ਆਲਣੇ ਬਣਾ ਸਕਣ ਦੀ ਕਾਬਲੀਅਤ ਰੱਖਦਾ ਹੈ। ਮੈਨੂੰ ਲੱਗਦਾ ਹੈ ਕਿ ਕਿਸੇ ਦਾ ਬਣਿਆ ਬਣਾਇਆ ਘਰ ਤੋੜ ਕੇ ਉਸਨੂੰ ਕੁਝ ਹੀ ਪਲਾਂ ਵਿੱਚ ਬੇਘਰ ਕਰ ਦੇਣਾ ਪ੍ਰਵਾਸ ਹੁੰਦਾ ਹੈ ਤੇ ਪਰਦੇਸ ਵੀ ਹੁੰਦਾ ਹੈ। ਮੈਨੂੰ ਪ੍ਰਵਾਸ ਮੇਰੇ ਵਿੱਚ ਨਜ਼ਰ ਨਹੀਂ ਆਇਆ। ਜੋ ਕਿਸੇ ਨੂੰ ਪ੍ਰਵਾਸ ਲੱਗਦਾ ਹੋਣਾ, ਇਹ ਤਾਂ ਮੇਰਾ ਘਰ ਹੈ, ਇੱਥੇ ਹੀ ਮੇਰਾ ਘਰ ਹੈ, ਇੱਥੇ ਮੇਰੀ ਹਸਤੀ ਹੈ, ਅਸਥਿਤਵ ਹੈ, ਮੇਰੀ ਕਹਾਣੀ ਹੈ, ਪਰਿਵਾਰ ਹੈ, ਸਾਡਾ ਐਪਲ ਟਰੀ ਹੈ ਤੇ ਸਾਡਾ ਮੇਪਲ ਹੈ, ਤੇ ਹਾਂ, ਸਾਡੇ ਗਮਲੇ ਵਿੱਚ ਲੱਗਿਆ ਅੰਬਾਂ ਦਾ ਬੂਟਾ ਵੀ। ਸਾਡੀ ਕਹਾਣੀ ਵਿੱਚ ਪ੍ਰਵਾਸ ਨਹੀਂ, ਸ਼ਾਇਦ ਉਸ ਦਾ ਬੀਜ ਹੈ ਜੋ ਅਸੀਂ ਇੱਥੇ ਲਿਆ ਕੇ ਕੇਰ ਦਿੱਤਾ ਹੈ ਤੇ ਸਾਡਾ ਟੋਬਾ ਟੇਕ ਸਿੰਘ ਇੱਥੇ ਉੱਗ ਆਇਆ ਹੈ। ਮੈਂ ਤਾਂ ਪ੍ਰਵਾਸ ਗਈ ਹੀ ਨਹੀਂ।